ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਦੂਜੀ ਭਾਸ਼ਾ ਤੇ ਉਹਦਾ 6ਵਾਂ ਪਾਠ ਯਾਤਰਾ ਹੇਮਕੁੰਟ ਸਾਹਿਬ। ਪਹਿਲਾਂ ਇਸ ਪਾਠ ਨੂੰ ਪੜਾਂਗੇ, ਸਮਝਾਂਗੇ ਤੇ ਫਿਰ ਪਾਠ ਅਭਿਆਸ ਬਾਰੇ ਚਰਚਾ ਕਰਾਂਗੇ। ਜੇ ਤੁਸੀਂ ਕਦੇ ਹੇਮਕੁੰਟ ਸਾਹਿਬ ਗਏ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤਾਂ ਚਲੋ ਸ਼ੁਰੂ ਕਰਦੇ ਹਾਂ। श्री हेमकुंट साहिब ਦੇ ਨਾਂ ਤੋਂ ਸਾਰੇ ਜਾਣੂ ਹਨ। ਇਹ ਭਾਰਤ ਦੇ ਪ੍ਰਸਿੱਧ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਹਰ ਸਾਲ ਭਾਰਤੀ ਹੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ੀ ਸ਼ਰਧਾਲੂ ਵੀ ਯਾਤਰਾ ਕਰਨ ਲਈ ਆਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। ਤਪੱਸਿਆ ਯਾਨੀ ਕਠਿਨ ਭਗਤੀ ਆਪਾਂ ਕਹਿ ਸਕਦੇ ਹਾਂ ਜਾਂ ਤਪ। ਪਾਂਡਵਾਂ ਨੇ ਵੀ ਇਸ ਸਥਾਨ ਤੇ ਤਪ ਕੀਤਾ ਸੀ। ਪਾਂਡਵ ਤਪ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਭਗਤੀ ਕਠਿਨ ਵਾਲੀ, ਠੀਕ ਹੈ। ਪਾਂਡਵਾਂ ਦਾ ਮਤਲਬ ਹੁੰਦਾ ਹੈ ਪੰਜ ਪੁੱਤਰ ਜਾਂ ਪੰਜ ਆਪਾਂ ਕਹਿ ਸਕਦੇ ਹਾਂ ਭਰਾ ਸੀ, ਯੁਧਿਸ਼ਠਰ, ਅਰਜੁਨ, ਭੀਮ, ਨਕੁਲ ਤੇ ਸਹਿਦੇਵ। ਉਹਨਾਂ ਦੀ ਗੱਲ ਕੀਤੀ ਗਈ ਹੈ ਵੀ ਉਹਨਾਂ ਨੇ ਵੀ ਇੱਥੇ ਤਪ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਇਸ ਸਥਾਨ ਬਾਰੇ ਲਿਖਿਆ ਹੈ। अब मैं अपनी कथा बथानो तप सादत जिब जेह बे मैं। अब मैं अपनी कथा बखानो तप सादत जेबे मैं आनो। ਇੱਥੇ ਬਖਾਨੋ ਦਾ ਮਤਲਬ ਹੁੰਦਾ ਵੀ ਮੈਂ ਆਪਣੀ ਕਥਾ ਦੱਸਦਾ, ਆਪਣੀ ਕਹਾਣੀ ਦੱਸਦਾ। ਤਪ ਸਾਦਤ ਦਾ ਮਤਲਬ ਤਪੱਸਿਆ ਕਰਕੇ ਤੇ ਮੈਂ ਇੱਥੇ ਇਹਦਾ ਮਤਲਬ ਹੈਗਾ ਵੀ ਮੈਂ। ਅੱਗੇ ਪੜ੍ਹਦੇ ਹਾਂ। हेमकुंट पर्वत है जहाँ सपत श्रृंग सोबत है तहाँ सपत श्रृंग तह नाम कहावा पंड राज जह जोग कमावा। ਇੱਥੇ ਸਪਤ श्रृंग ਇਹਦਾ ਮਤਲਬ ਕੀ ਹੁੰਦਾ ਜੋ ਇੱਥੇ ਯੂਜ਼ ਕੀਤਾ ਗਿਆ, ਇਹਦਾ ਮਤਲਬ ਇਹ ਹੈਗਾ 7 ਚੋਟੀਆਂ ਤੇ ਪੰਡੂ ਰਾਜ ਮਤਲਬ 5 ਪਾਂਡਵ ਭਰਾਵਾਂ ਦੀ ਗੱਲ ਕੀਤੀ ਗਈ ਹੈ ਵੀ ਉਹਨਾਂ ਨੇ ਵੀ ਇੱਥੇ ਤਪੱਸਿਆ ਕੀਤੀ ਸੀ। ਅੱਗੇ तह हम अदक तपस्या साधी महाकाल कालका आराधी। ਤੇ ਇੱਥੇ ਜਿਹੜਾ ਸ਼ਬਦ ਯੂਜ਼ ਕੀਤਾ ਗਿਆ ਕਾਲ, ਇਹਦਾ ਮਤਲਬ ਹੈਗਾ ਕਾਲੀ ਦੇਵੀ ਦਾ ਵੀ ਇੱਥੇ ਵਰਣਨ ਕੀਤਾ ਗਿਆ, ਠੀਕ ਹੈ। ਤੇ ਇੱਥੇ ਦੱਸਿਆ ਗਿਆ ਵੀ ਮੈਂ ਆਪਣੀ ਕਥਾ ਕਹਾਣੀ ਬਤਾਉਂ, ਤੁਹਾਨੂੰ ਦੱਸਦਾ ਹਾਂ ਵੀ ਮੇਰੀ ਕਹਾਣੀ ਦੇ ਨਾਲ ਸ਼ਾਇਦ ਤੁਸੀਂ ਰਿਲੇਟ ਕਰ ਪਾਓ ਵੀ ਮੈਂ ਗੱਲ ਕਰ ਰਹੀ ਹਾਂ ਵੀ ਮੈਂ ਇੱਥੇ ਕਿਵੇਂ ਆਇਆ ਸੀ। ਮੈਂ ਇੱਥੇ ਤਪ ਕਰਨ ਲਈ, ਭਗਤੀ ਕਰਨ ਲਈ ਆਇਆ ਸੀ ਤੇ ਇੱਥੇ ਮੈਂ ਭਗਤੀ ਦੇ ਵਿੱਚ, ਤਪ ਦੇ ਵਿੱਚ ਲੀਨ ਹੋ ਗਿਆ ਸੀ, ਠੀਕ ਹੈ। ਫਿਰ ਇੱਥੇ ਦੱਸਿਆ ਗਿਆ ਵੀ ਜਿਹੜਾ ਹੇਮਕੁੰਟ ਪਰਬਤ ਹੈਗਾ ਵੀ ਹੇਮਕੁੰਟ ਨਾਮ ਕਿਵੇਂ ਪਿਆ, ਕਿਉਂਕਿ ਇਹ ਜਿਹੜੀ ਪਹਾੜੀ ਹੈਗੀ ਆ ਇਹਦਾ ਨਾਮ ਹੇਮਕੁੰਟ ਇਸ ਕਰਕੇ ਪਿਆ ਕਿਉਂਕਿ ਇੱਥੇ 7 ਪੀਕਸ ਹੈਗੀਆਂ ਨੇ, ਠੀਕ ਹੈ। ਏਦਾਂ ਕਰਕੇ ਪਹਾੜ ਹੈਗੇ ਨੇ ਤੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ, ਬਹੁਤ ਸੋਹਣੇ ਲੱਗਦੇ ਨੇ। ਤੇ ਇਸ ਪਹਾੜ ਦਾ ਨਾਮ ਸਪਤ ਸ਼੍ਰਿੰਗ ਯਾਨੀ 7 ਪੀਕਡ ਮਾਊਂਟੇਨ ਅੰਗਰੇਜ਼ੀ ਵਿੱਚ ਜਿਵੇਂ ਆਪਾਂ ਕਹਿੰਦੇ ਆ, ਇਸ ਕਰਕੇ ਪਿਆ ਸੀ ਕਿਉਂਕਿ ਇੱਥੇ ਬਰਫ਼ ਹੈਗੀ ਹੈ। 7 ਪਹਾੜੀਆਂ ਚੋਟੀਆਂ ਹੈਗੀਆਂ ਨੇ ਜਿੱਥੇ ਪਾਂਡਵਾਂ ਨੇ ਵੀ ਆ ਕੇ ਤਪ ਕੀਤਾ ਸੀ, ਯੋਗਾ ਕੀਤੀ ਸੀ, ਠੀਕ ਹੈ। ਤਾਂ ਹੀ ਇਹਦਾ ਨਾਮ ਇਹ ਪਿਆ ਤੇ ਇੱਥੇ ਮੈਂ ਭਗਤੀ ਦੇ ਵਿੱਚ ਰੁੱਝਿਆ ਹੋਇਆ ਸੀ। ਅੱਗੇ ਪੜ੍ਹਦੇ ਹਾਂ। ਇਸ ਸਥਾਨ ਉੱਤੇ ਹੇਮਕੁੰਡ ਹੈ। ਹੇਮ ਦਾ ਅਰਥ ਹੈ ਬਰਫ਼ ਅਤੇ ਕੁੰਡ ਦਾ ਅਰਥ ਹੈ ਸਰੋਵਰ। ਇਹ ਸਥਾਨ ਸਮੁੰਦਰੀ ਤਲ ਤੋਂ ਲਗਭਗ 15,000 ਫੁੱਟ ਉੱਚਾ ਹੈ, ਇਸ ਲਈ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇੱਥੇ ਸਥਿਤ ਸਰੋਵਰ ਵਿੱਚ ਪਾਣੀ ਦੇ ਨਾਲ ਨਾਲ ਬਰਫ਼ ਵੀ ਤਰਦੀ ਦਿਖਾਈ ਦਿੰਦੀ ਹੈ, ਇਸੇ ਲਈ ਇਸ ਨੂੰ ਹੇਮਕੁੰਟ ਜਾਂ ਬਰਫ਼ ਦਾ ਸਰੋਵਰ ਕਿਹਾ ਜਾਂਦਾ ਹੈ। ਅੱਜ ਕੱਲ ਇਸ ਸਥਾਨ ਉੱਤੇ ਬੜਾ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਬਹੁਤ ਉਚਾਈ ਉੱਤੇ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੁੰਦੀ ਹੈ। ਕੋਈ ਵੀ ਆਮ ਵਿਅਕਤੀ ਬਹੁਤੀ ਦੇਰ ਲਈ ਇੱਥੇ ਨਹੀਂ ਰਹਿ ਸਕਦਾ, ਫਿਰ ਵੀ ਅਨੇਕਾਂ ਯਾਤਰੀ ਸ਼ਰਧਾ ਕਰਕੇ ਇੱਥੇ ਪੁੱਜਦੇ ਹਨ ਅਤੇ ਆਲੇ ਦੁਆਲੇ ਦੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ। ਹੇਮਕੁੰਟ ਤੱਕ ਦੀ ਯਾਤਰਾ ਬਹੁਤ ਕਠਿਨ ਹੈ। ਭਾਵੇਂ ਹੁਣ ਸੜਕਾਂ ਬਣ ਜਾਣ ਕਰਕੇ ਬਹੁਤਾ ਸਫ਼ਰ ਬੱਸਾਂ, ਟਰੱਕਾਂ ਤੇ ਕਾਰਾਂ ਆਦਿ ਉੱਤੇ ਹੋ ਜਾਂਦਾ ਹੈ, ਫਿਰ ਵੀ ਬਹੁਤ ਸਾਰਾ ਰਸਤਾ ਅਜਿਹਾ ਹੈ ਜੋ ਪਹਾੜੀਆਂ ਵਿੱਚੋਂ ਕੇਵਲ
ਪੈਦਲ ਜਾਂ ਘੋੜਿਆਂ ਤੇ ਹੀ ਤੈਅ ਕੀਤਾ ਜਾਂਦਾ ਹੈ। ਇਹ ਰਸਤਾ ਬੜਾ ਬਿਖੜਾ ਹੈ ਅਤੇ ਸਿੱਧੀ ਚੜਾਈ ਵਾਲਾ ਹੈ। ਬਿਖੜਾ ਦਾ ਮਤਲਬ ਬਹੁਤ ਜ਼ਿਆਦਾ ਰਸਤਾ ਜਿਹੜਾ ਹੈਗਾ ਉਹ ਔਖਾ ਹੈਗਾ। ਠੀਕ ਹੈ। ਹੇਮਕੁੰਟ ਸਾਹਿਬ ਜਾਣ ਲਈ ਯਾਤਰੀ ਆਪਣਾ ਸਫ਼ਰ ਇੱਕ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਕਰਦੇ ਹਨ। ਰਿਸ਼ੀਕੇਸ਼ ਵਿਖੇ ਇੱਕ ਬਹੁਤ ਵੱਡਾ ਅਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਮੈਦਾਨੀ ਇਲਾਕਿਆਂ ਤੋਂ ਆਉਣ ਵਾਲੇ ਲੋਕ ਲਗਭਗ ਸਾਰੇ ਯਾਤਰੀ ਆਪਣਾ ਪਹਿਲਾ ਪੜਾਅ ਇੱਥੇ ਕਰਦੇ ਹਨ। ਇੱਥੇ ਆਮ ਤੌਰ ਤੇ ਯਾਤਰੀ ਆਪਣੀ ਯਾਤਰਾ ਸਵੇਰੇ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਅੱਗੇ ਸਾਰਾ ਰਸਤਾ ਪਹਾੜੀ ਹੈ। ਰਿਸ਼ੀਕੇਸ਼ ਤੋਂ ਅਗਲਾ ਪੜਾਅ ਸ਼੍ਰੀਨਗਰ ਹੁੰਦਾ ਹੈ। ਰਿਸ਼ੀਕੇਸ਼ ਤੋਂ ਸ਼੍ਰੀਨਗਰ ਤੱਕ 108 ਕਿਲੋਮੀਟਰ ਦਾ ਸਫ਼ਰ ਬੜਾ ਕਠਿਨ ਹੈ। ਇੱਕ ਪਾਸੇ ਡੂੰਘੀਆਂ ਖੱਡਾਂ ਹਨ ਅਤੇ ਕਿਤੇ-ਕਿਤੇ ਨਾਲ ਨਦੀ ਵਗਦੀ ਦਿਸਦੀ ਹੈ। ਦੂਸਰੇ ਪਾਸੇ ਉੱਚੇ-ਉੱਚੇ ਪਹਾੜ ਦਿਖਾਈ ਦਿੰਦੇ ਹਨ। ਜੇ ਖੱਡਾਂ ਵੱਲ ਦੇਖੋ ਤਾਂ ਡਰ ਲੱਗਦਾ ਹੈ, ਪਰ ਜਦੋਂ ਪਹਾੜਾਂ ਵੱਲ ਨਜ਼ਰ ਮਾਰੋ ਤਾਂ ਹਰਿਆਵਲ ਭਰੇ ਨਜ਼ਾਰੇ ਸਾਰਾ ਡਰ ਦੂਰ ਕਰ ਦਿੰਦੇ ਹਨ। ਸ਼ਾਮ ਨੂੰ ਯਾਤਰੀ ਸ਼੍ਰੀਨਗਰ ਪਹੁੰਚ ਜਾਂਦੇ ਹਨ। ਸ਼੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ। ਇੱਥੇ ਗੜਵਾਲ ਯੂਨੀਵਰਸਿਟੀ ਦਾ ਕੈਂਪਸ ਹੈ। ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ। ਇਸ ਸਥਾਨ ਤੇ ਰਹਾਇਸ਼ ਦਾ ਪ੍ਰਬੰਧ ਮੁੱਖ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਹੈ। ਹੁਣ ਅਨੇਕਾਂ ਸਰਾਵਾਂ ਅਤੇ ਹੋਟਲ ਵੀ ਬਣ ਗਏ ਹਨ। ਮੈਦਾਨੀ ਇਲਾਕਿਆਂ ਵਿੱਚੋਂ ਅੱਤ ਦੀ ਗਰਮੀ ਝਾਕਦੇ ਗਏ ਯਾਤਰੀ ਇੱਥੇ ਆ ਕੇ ਕੁਝ ਠੰਡ ਦਾ ਸੁੱਖ ਮਾਣਦੇ ਹਨ। ਸ਼੍ਰੀਨਗਰ ਵਿੱਚ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਗੋਬਿੰਦ ਘਾਟ ਲਈ ਯਾਤਰਾ ਆਰੰਭ ਹੁੰਦੀ ਹੈ। ਸਾਰਾ ਰਸਤਾ ਚੜਾਈ ਵਾਲਾ ਹੈ। ਆਲੇ ਦੁਆਲੇ ਪਹਾੜਾਂ ਦਾ ਸਿਲਸਿਲਾ ਲਗਾਤਾਰ ਨਾਲ ਚੱਲਦਾ ਹੈ। ਅੱਗੇ ਹੇਠਾਂ ਡੂੰਘੀਆਂ ਖੱਡਾਂ ਵਿੱਚ ਨਦੀ ਦਾ ਪਾਣੀ ਬੜੇ ਤੇਜ਼ ਵੇਗ ਵਿੱਚ ਵਹਿ ਰਿਹਾ ਹੁੰਦਾ ਹੈ। ਗੋਬਿੰਦ ਘਾਟ ਤੋਂ 22 ਕਿਲੋਮੀਟਰ ਪਹਿਲਾਂ ਰਸਤੇ ਵਿੱਚ ਪ੍ਰਸਿੱਧ ਸਥਾਨ ਜੋਸ਼ੀਮਠ ਆਉਂਦਾ ਹੈ। ਜੋਸ਼ੀਮਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਹ ਸਥਾਨ ਸ਼੍ਰੀ ਸ਼ੰਕਰਾਚਾਰਿਆ ਵੱਲੋਂ ਸਥਾਪਿਤ ਕੀਤੇ 4 ਮੱਠਾਂ ਵਿੱਚੋਂ ਇੱਕ ਹੈ। ਆਲੇ ਦੁਆਲੇ ਪਹਾੜੀਆਂ ਨਾਲ ਘਿਰਿਆ ਇਹ ਸਥਾਨ ਇੱਕ ਵੱਖਰੀ ਕਿਸਮ ਦਾ ਨਜ਼ਾਰਾ ਪੇਸ਼ ਕਰਦਾ ਹੈ। ਜੋਸ਼ੀਮਠ ਵਿੱਚ ਕਈ ਮੰਦਿਰ ਹਨ। ਜੋਸ਼ੀਮਠ ਤੋਂ ਅੱਗੇ ਗੋਬਿੰਦ ਘਾਟ ਆਉਂਦਾ ਹੈ। ਗੋਬਿੰਦ ਘਾਟ ਵਿਖੇ ਬੜਾ ਵੱਡਾ ਗੁਰਦੁਆਰਾ ਹੈ। ਇਹ ਗੁਰਦੁਆਰਾ ਅਲਕਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੈ। ਇੱਥੇ ਅਲਕਨੰਦਾ ਤੇਜ਼ੀ ਨਾਲ ਵਗਦੀ ਹੈ। ਇਸ ਸਥਾਨ ਉੱਤੇ ਬੱਸਾਂ, ਟਰੱਕਾਂ ਅਤੇ ਕਾਰਾਂ ਦੀ ਕੂ-ਕੂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਸਗੋਂ ਅਲਕਨੰਦਾ ਨਦੀ ਦੇ ਵਹਾਅ ਦਾ ਸੰਗੀਤ ਕੰਨਾਂ ਨੂੰ ਸੁਣਾਈ ਦਿੰਦਾ ਹੈ। ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ। ਸੂਰਜ ਜਦੋਂ ਦਿਖਾਈ ਦਿੰਦਾ ਹੈ ਤਾਂ ਚਾਰ ਚੁਫੇਰੇ ਰੰਗ ਬਰੰਗਾ ਹੋ ਜਾਂਦਾ ਹੈ। ਯਾਤਰੀ ਆਪਣੀ ਥਕਾਵਟ, ਦੁੱਖ ਦਰਦ ਅਤੇ ਚਿੰਤਾਵਾਂ ਭੁੱਲ ਜਾਂਦੇ ਹਨ। ਹੇਮਕੁੰਟ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰੇ ਵਿੱਚ ਰਹਾਇਸ਼ ਦਾ ਵਧੀਆ ਪ੍ਰਬੰਧ ਹੈ। ਲੰਗਰ ਹਰ ਵੇਲੇ ਚੱਲਦਾ ਰਹਿੰਦਾ ਹੈ। ਇੱਥੋਂ ਅੱਗੇ ਯਾਤਰਾ ਅਗਲੇ ਦਿਨ ਸਵੇਰੇ ਆਰੰਭ ਸ਼ੁਰੂ ਕਰਨੀ ਪੈਂਦੀ ਹੈ। ਯਾਤਰੀ ਗੋਬਿੰਦ ਘਾਟ ਤੋਂ ਗੋਬਿੰਦਧਾਮ ਤੱਕ ਦਾ 13 ਤੋਂ 14 ਕਿਲੋਮੀਟਰ ਦਾ ਰਸਤਾ ਪੈਦਲ ਤੈਅ ਕਰਦੇ ਹਨ। ਕੁਝ ਲੋਕ ਇਹ ਸਫ਼ਰ ਘੋੜਿਆਂ ਤੇ ਕਰਦੇ ਹਨ। ਤੈਅ ਕਰਨ ਦਾ ਮਤਲਬ ਕੀ ਹੁੰਦਾ ਵੀ ਪੂਰਾ ਕਰਦੇ ਨੇ। ਪੈਦਲ ਚੱਲਣ ਦਾ ਆਪਣਾ ਵੱਖਰਾ ਹੀ ਆਨੰਦ ਹੈ। ਸਾਰਾ ਰਸਤਾ ਚੜਾਈ ਵਾਲਾ ਹੈ। ਉਬੜ ਖਾਬੜ ਰਸਤੇ ਉੱਤੇ ਚੱਲਦਿਆਂ ਸਰੀਰ ਕਈ ਵਾਰੀ ਥੱਕ ਜਾਂਦਾ ਹੈ, ਪਰ ਮਨ ਵਿੱਚ ਉਤਸ਼ਾਹ ਕਾਇਮ ਰਹਿੰਦਾ ਹੈ। ਰਸਤੇ ਵਿੱਚ ਯਾਤਰੀ ਥੋੜੀ ਦੇਰ ਆਰਾਮ ਕਰਕੇ ਫਿਰ ਅੱਗੇ ਤੁਰ ਪੈਂਦੇ ਹਨ। ਹਰਿਆਵਲ, ਤਾਜ਼ੀ ਹਵਾ ਤੇ ਚਸ਼ਮਿਆਂ ਦਾ ਠੰਡਾ ਪਾਣੀ ਮੈਦਾਨੀ ਇਲਾਕੇ ਦੇ ਯਾਤਰੀਆਂ ਲਈ ਤਾਂ ਅਨਮੋਲ ਸੁਗਾਤ ਬਣ ਜਾਂਦੇ ਹਨ। ਅਨਮੋਲ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਬਹੁਤ ਬਹੁਮੂਲੀ ਜਿਵੇਂ ਆਪਾਂ ਕਹਿੰਦੇ ਹਾਂ, ਉਹ ਤੋਹਫਾ ਬਣ ਜਾਂਦੇ ਨੇ। ਆਉਣ ਜਾਣ ਵਾਲੇ ਯਾਤਰੀ ਇੱਕ ਦੂਸਰੇ ਨੂੰ ਸ਼ੁਭ ਇੱਛਾਵਾਂ ਦੇ ਜਾਂਦੇ ਹਨ, ਬੈਸਟ ਵਿਸ਼ੇਸ। ਗਰਮੀਆਂ ਦੇ ਇਹਨਾਂ ਦਿਨਾਂ ਵਿੱਚ ਭਾਰੀ ਗਿਣਤੀ ਵਿੱਚ ਯਾਤਰੀ ਅਤੇ ਥਾਂ ਉੱਤੇ ਦੁਕਾਨਾਂ ਕਿਸੇ ਮੇਲੇ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ। ਰਸਤੇ ਵਿੱਚ ਇੱਕ ਵੱਡਾ ਗਲੇਸ਼ੀਅਰ ਆਉਂਦਾ ਹੈ। ਗਲੇਸ਼ੀਅਰ ਕੀ ਹੁੰਦਾ?
ਬਰਫ਼ ਦਾ ਬਹੁਤ ਵੱਡਾ ਜਿਹਾ ਪਹਾੜ, ਉਹਨੂੰ ਗਲੇਸ਼ੀਅਰ ਕਹਿੰਦੇ ਆ। ਯਾਤਰੀ ਗਲੇਸ਼ੀਅਰ ਪਾਰ ਕਰਦਿਆਂ ਬਰਫੀਲੇ ਪਹਾੜ ਨੂੰ ਹੈਰਾਨੀ ਨਾਲ ਦੇਖਦੇ ਹਨ। ਸ਼ਾਮ ਨੂੰ ਯਾਤਰੀ ਥਕੇ ਹੋਏ ਪਰ ਖੁਸ਼ ਮਨ ਨਾਲ ਗੋਬਿੰਦਧਾਮ ਪੁੱਜ ਜਾਂਦੇ ਹਨ। ਇਹ ਸਥਾਨ ਸਮੁੰਦਰੀ ਤਲ ਤੋਂ 10,500 ਫੁੱਟ ਉੱਚਾ ਹੈ। ਇੱਥੇ ਮੈਦਾਨੀ ਇਲਾਕੇ ਦੀਆਂ ਸਰਦੀਆਂ ਵਾਲੀ ਠੰਡ ਪੈਂਦੀ ਹੈ। ਇੱਥੇ ਵੀ ਬਹੁਤ ਵੱਡਾ ਗੁਰਦੁਆਰਾ ਹੈ। ਇੱਥੇ ਯਾਤਰੀਆਂ ਦੀ ਰਹਾਇਸ਼ ਲਈ ਥਾਂ, ਕੰਬਲ, ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਹੈ। ਯਾਤਰਾ ਦੇ ਦਿਨਾਂ ਵਿੱਚ ਇੱਥੇ ਬੜੀ ਚਹਿਲ ਪਹਿਲ ਰਹਿੰਦੀ ਹੈ, ਰੌਣਕ। ਸਾਰੇ ਯਾਤਰੀ ਸਵੇਰੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਮਨ ਵਿੱਚ ਰੱਖ ਕੇ ਸੌਂਦੇ ਹਨ। ਇੱਛਾ, ਅਗਲੇ ਦਿਨ ਸਵੇਰੇ ਹੀ ਹੇਮਕੁੰਟ ਲਈ ਯਾਤਰਾ ਆਰੰਭ ਕਰਨੀ ਪੈਂਦੀ ਹੈ। ਕੋਈ ਵੀ ਯਾਤਰੀ ਹੇਮਕੁੰਟ ਸਾਹਿਬ ਰਾਤ ਨਹੀਂ ਰਹਿ ਸਕਦਾ, ਇਸ ਲਈ ਦਰਸ਼ਨ ਕਰਨ ਉਪਰੰਤ ਵਾਪਸ ਗੋਬਿੰਦ ਘਾਟ ਹੀ ਪੁੱਜਣਾ ਪੈਂਦਾ ਹੈ। ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6 ਤੋਂ 7 ਕਿਲੋਮੀਟਰ ਦੀ ਦੂਰੀ ਉੱਤੇ ਹੈ, ਪਰ ਇਹ ਚੜਾਈ ਲਗਭਗ ਸਿੱਧੀ ਹੈ, ਇਸ ਲਈ ਇਹ ਰਸਤਾ ਵਧੇਰੇ ਕਠਿਨ ਹੈ, ਪਰ ਰਸਤੇ ਦੇ ਨਜ਼ਾਰੇ ਹੋਰ ਵੀ ਸੁੰਦਰ ਹਨ। ਸਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ। ਸੂਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ। ਰਸਤੇ ਵਿੱਚ ਥਾਂ-ਥਾਂ ਉੱਤੇ ਦੁਕਾਨਾਂ ਹਨ। ਰਾਹ ਵਿੱਚ 2 ਗਲੇਸ਼ੀਅਰ ਆਉਂਦੇ ਹਨ। ਗਲੇਸ਼ੀਅਰ ਪਾਰ ਕਰਦਿਆਂ ਹੀ ਹੇਮਕੁੰਟ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਅਖੀਰ ਯਾਤਰੀ ਹੇਮਕੁੰਟ ਸਾਹਿਬ ਪੁੱਜ ਜਾਂਦੇ ਹਨ। ਪਹਾੜ ਦੀ ਚੋਟੀ ਉੱਤੇ ਇਸ ਪੱਧਰੇ ਸਥਾਨ ਤੇ ਸਥਿਤ ਸਰੋਵਰ ਅਤੇ ਨਾਲ ਹੀ ਇੱਕ ਸੁੰਦਰ ਗੁਰਦੁਆਰਾ ਇੱਕ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਸਥਾਨ ਤੋਂ ਆਸੇ-ਪਾਸੇ 7 ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ। ਬਰਫ਼ ਨਾਲ ਢਕੀਆਂ ਤੇ ਸੂਰਜ ਨਾਲ ਚਮਕਦੀਆਂ ਇਹਨਾਂ ਚੋਟੀਆਂ ਨੂੰ ਹੀ ਸਪਤ ਸਿੰਘ ਕਿਹਾ ਜਾਂਦਾ ਹੈ। ਹੇਮਕੁੰਟ ਸਾਹਿਬ ਦਾ ਸਰੋਵਰ ਲਗਭਗ 2.5 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ। ਸਾਰੇ ਯਾਤਰੀ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਇਸ਼ਨਾਨ ਕਰਦਿਆਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਯਾਤਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਅਤੇ ਮੱਥਾ ਟੇਕਦੇ ਹਨ। ਆਕਸੀਜਨ ਘਟ ਜਾਣ ਕਾਰਨ ਸੇਵਾਦਾਰ ਇੱਥੇ ਯਾਤਰੀਆਂ ਨੂੰ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਦਿੰਦੇ। ਯਾਤਰੀ ਆਪਣੇ ਮਨ ਵਿੱਚ ਇਹਨਾਂ ਨਜ਼ਾਰਿਆਂ ਨੂੰ ਵਸਾਉਂਦੇ ਹਨ ਅਤੇ ਮੁੜ ਇੱਥੇ ਆਉਣ ਦੀ ਲੋਚਾ ਲੈ ਕੇ ਵਾਪਸ ਮੁੜ ਪੈਂਦੇ, ਇੱਛਾ ਲੈ ਕੇ। ਹੁਣ ਰਸਤਾ ਉਤਰਾਈ ਵਾਲਾ ਹੁੰਦਾ ਹੈ। ਤਿਲਕ ਜਾਣ ਦੇ ਡਰੋਂ ਸਾਵਧਾਨੀ ਰੱਖਦਿਆਂ ਯਾਤਰਾ ਕਰਨੀ ਪੈਂਦੀ ਹੈ। ਤਿਲਕ ਜਾਣ ਦਾ ਮਤਲਬ ਇਹ ਹੁੰਦਾ ਸਲਿਪ ਹੋ ਜਾਣ ਦੇ, ਡਿੱਗਣ ਦੀ ਚੀਜ਼ ਦੇ ਨਾਲ, ਹੈ ਨਾ। ਸ਼ਾਮ ਤੱਕ ਗੋਬਿੰਦਧਾਮ ਤੋਂ ਗੋਬਿੰਦ ਘਾਟ ਵਾਪਸ ਅਤੇ ਫਿਰ ਆਪਣੇ ਆਪਣੇ ਘਰਾਂ ਨੂੰ। ਇਸ ਯਾਤਰਾ ਦਾ ਨਜ਼ਾਰਾ ਹਰ ਵੇਲੇ ਯਾਤਰੀਆਂ ਨੂੰ ਯਾਤਰਾ ਦੇ ਸੁਹਾਵੇ ਦਿਨਾਂ ਦੀ ਯਾਦ ਦਿਵਾਉਂਦਾ ਰਹਿੰਦਾ ਹੈ। ਇਸ ਤਰ੍ਹਾਂ ਹੇਮਕੁੰਟ ਦੀ ਯਾਤਰਾ ਹਰ ਯਾਤਰੀ ਦੀਆਂ ਸੁਨਹਿਰੀ ਯਾਦਾਂ ਵਿੱਚ ਸ਼ਾਮਲ ਹੋ ਜਾਂਦੀ ਹੈ। ਠੀਕ ਹੈ, ਤੇ ਇੱਥੇ ਸੁਹਾਣੇ ਦਾ ਮਤਲਬ ਹੁੰਦਾ ਸੋਹਣੇ। ਹੁਣ ਆਪਾਂ ਪਾਠ ਅਭਿਆਸ ਬਾਰੇ ਚਰਚਾ ਕਰਦੇ ਹਾਂ। ਤੇ ਪਾਠ ਅਭਿਆਸ ਦਾ ਪਹਿਲਾ ਪ੍ਰਸ਼ਨ ਹੈਗਾ, ਹੇਮਕੁੰਟ ਸ਼ਬਦ ਦੇ ਅਰਥ ਦੱਸੋ। ਹੇਮਕੁੰਟ ਸਾਹਿਬ ਰਾਤ ਨੂੰ ਕੋਈ ਕਿਉਂ ਨਹੀਂ ਠਹਿਰ ਸਕਦਾ? ਇਹਦਾ ਉੱਤਰ ਹੈਗਾ, ਹੇਮਕੁੰਟ ਸ਼ਬਦ ਦੇ ਅਰਥ ਹਨ ਬਰਫ਼ ਦਾ ਸਰੋਵਰ। ਇਸ ਸਥਾਨ ਸਮੁੰਦਰ ਤਲ ਤੋਂ 15,000 ਫੁੱਟ ਉੱਚਾ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੁੰਦੀ ਹੈ, ਇਸ ਕਰਕੇ ਰਾਤ ਨੂੰ ਇੱਥੇ ਕੋਈ ਠਹਿਰ ਨਹੀਂ ਸਕਦਾ। ਦੂਜਾ, ਹੇਮਕੁੰਟ ਸਾਹਿਬ ਸਰਦੀਆਂ ਵਿੱਚ ਕਿਉਂ ਨਹੀਂ ਜਾਇਆ ਜਾ ਸਕਦਾ? ਉੱਤਰ, ਹੇਮਕੁੰਟ ਸਾਹਿਬ ਸਰਦੀਆਂ ਵਿੱਚ ਬਹੁਤ ਬਰਫ਼ ਪੈਂਦੀ ਹੈ, ਇਸ ਕਰਕੇ ਇੱਥੇ ਸਰਦੀਆਂ ਵਿੱਚ ਨਹੀਂ ਜਾਇਆ ਜਾ ਸਕਦਾ। ਅੱਗੇ, श्रीनगर शहर ਦੀ ਕੀ ਮਹੱਤਤਾ ਹੈ? ਉੱਤਰ, श्रीनगर ਬੜਾ ਪ੍ਰਸਿੱਧ ਅਤੇ ਇਤਿਹਾਸਕ ਸਥਾਨ ਹੈ। ਇੱਥੇ ਗੜਵਾਲ ਯੂਨੀਵਰਸਿਟੀ ਦਾ ਕੈਂਪਸ ਹੈ। ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ। ਚੌਥਾ, ਜੋਸ਼ੀ ਮੱਠ ਦੀ ਮਹੱਤਤਾ ਬਾਰੇ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ, ਜੋਸ਼ੀ ਮੱਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਹ ਸਥਾਨ ਸ਼ੰਕਰਾਚਾਰਿਆ ਵੱਲੋਂ ਸਥਾਪਿਤ ਕੀਤੇ 4 ਮੱਠਾਂ ਵਿੱਚੋਂ ਇੱਕ ਹੈ। ਇਹ ਆਲੇ ਦੁਆਲੇ ਪਹਾੜੀਆਂ ਵਿੱਚ ਘਿਰਿਆ ਸ਼ਾਨਦਾਰ ਨਜ਼ਾਰਾ ਪੇਸ਼ ਕਰਦਾ ਹੈ। ਇੱਥੇ ਕਈ ਮੰਦਿਰ ਹਨ।
ਪੰਜਵਾਂ, ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਵਰਣਨ ਕਰੋ। ਉੱਤਰ, ਗੋਬਿੰਦ ਘਾਟ ਵਿਖੇ ਇੱਕ ਬਹੁਤ ਵੱਡਾ ਗੁਰਦੁਆਰਾ ਹੈ ਜੋ ਅਲਕਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ। ਅਲਕਨੰਦਾ ਬੜੀ ਤੇਜ਼ੀ ਨਾਲ ਵਗਦੀ ਹੈ। ਨਦੀ ਦੇ ਵਹਾਅ ਦਾ ਸੰਗੀਤ ਕੰਨਾਂ ਨੂੰ ਸੁਣਦਾ ਹੈ। ਚਾਰੇ ਪਾਸੇ ਹਰਿਆਵਲ ਹੈ। ਗੋਬਿੰਦ ਘਾਟ ਤੋਂ ਅੱਗੇ ਗੋਬਿੰਦ ਧਾਮ ਤੱਕ 13 ਤੋਂ 14 ਕਿਲੋਮੀਟਰ ਦਾ ਰਸਤਾ ਪੈਦਲ ਤੈਅ ਕਰਨਾ ਪੈਂਦਾ ਹੈ। ਕੁਝ ਲੋਕ ਇਹ ਸਫ਼ਰ ਘੋੜਿਆਂ ਤੇ ਕਰਦੇ ਹਨ। ਰਸਤਾ ਉਬੜ ਖਾਬੜ ਹੈ। ਸ਼ਾਮ ਨੂੰ ਯਾਤਰੀ ਗੋਬਿੰਦ ਧਾਮ ਪੁੱਜ ਜਾਂਦੇ ਹਨ। ਇੱਥੇ ਰਸਤੇ ਵਿੱਚ ਇੱਕ ਵੱਡਾ ਗਲੇਸ਼ੀਅਰ ਆਉਂਦਾ ਹੈ ਤੇ ਸਰਦੀਆਂ ਵਿੱਚ ਠੰਡ ਹੁੰਦੀ ਹੈ। ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ 6 ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਚੜਾਈ ਸਿੱਧੀ ਹੈ। ਰਸਤਾ ਬਹੁਤ ਕਠਿਨ ਹੈ ਪਰ ਰਸਤੇ ਦੇ ਨਜ਼ਾਰੇ ਬਹੁਤ ਸੁੰਦਰ ਹਨ। ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ। ਸੂਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ। ਰਾਹ ਵਿੱਚ 2 ਗਲੇਸ਼ੀਅਰ ਆਉਂਦੇ ਹਨ। ਰਸਤੇ ਵਿੱਚ ਥਾਂ-ਥਾਂ ਤੇ ਦੁਕਾਨਾਂ ਹਨ। ਇੱਥੋਂ ਅੱਗੇ ਯਾਤਰੀ ਹੇਮਕੁੰਟ ਸਾਹਿਬ ਗੁਰਦੁਆਰੇ ਵਿੱਚ ਪਹੁੰਚ ਜਾਂਦੇ ਹਨ। ਇਹ ਪਹਾੜ ਦੀ ਚੋਟੀ ਇੱਕ ਪੱਧਰੇ ਮੈਦਾਨ ਵਿੱਚ ਸਥਿਤ ਹੈ ਜਿੱਥੇ ਕਿ ਨਾਲ ਹੀ ਸਰੋਵਰ ਹੈ। ਅੱਗੇ ਹੇਮਕੁੰਟ ਸਾਹਿਬ ਸਥਿਤ ਗੁਰਦੁਆਰੇ ਅਤੇ ਇਸ ਦੇ ਚੌਗਿਰਦੇ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਉੱਤਰ, ਹੇਮਕੁੰਟ ਸਾਹਿਬ ਸਥਿਤ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿੱਚ ਸਥਿਤ ਹੈ। ਇਸ ਦੇ ਨਾਲ ਹੀ ਇੱਕ ਸਰੋਵਰ ਹੈ। ਇਸ ਦੇ ਆਸੇ-ਪਾਸੇ 7 ਪਹਾੜੀ ਚੋਟੀਆਂ ਹਨ ਜੋ ਬਰਫ਼ ਨਾਲ ਢਕੀਆਂ ਹੋਈਆਂ ਹਨ। ਇਹਨਾਂ ਨੂੰ ਸਪਤ ਸਿੰਘ ਕਿਹਾ ਜਾਂਦਾ ਹੈ। ਅੱਗੇ ਬਹੁਵਿਕਲਪੀ ਪ੍ਰਸ਼ਨ। ਓੜਾ, ਇੱਥੇ ਕਿਹਾ ਗਿਆ ਹੈ ਪਹਿਲਾ, ਹੇਮਕੁੰਟ ਸਾਹਿਬ ਵਿਖੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਦੱਸੀ ਜਾਂਦੀ ਹੈ। ਊੜਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਉੱਤਰ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਅੱਗੇ ਹੇਮਕੁੰਟ ਦਾ ਕੀ ਅਰਥ ਹੈ। ਪਹਿਲਾ, ਬਰਫ਼ ਦਾ ਸਰੋਵਰ। ਐੜਾ, ਗਰਮ ਪਾਣੀ ਦਾ ਸਰੋਵਰ ਜਾਂ ਠੰਡੇ ਪਾਣੀ ਦਾ ਸਰੋਵਰ। ਉੱਤਰ ਹੈਗਾ ਬਰਫ਼ ਦਾ ਸਰੋਵਰ। ਅੱਗੇ ਗੁਰੂ ਨਾਨਕ ਜੀ ਸੁਮੇਰ ਪਰਬਤ ਨੂੰ ਜਾਂਦੇ ਹੋਏ ਕਿੱਥੇ ਰੁਕੇ ਸਨ। ਉਹ ਗੋਬਿੰਦ ਘਾਟ ਵਿਖੇ, ਐੜਾ ਰਿਸ਼ੀਕੇਸ਼ ਵਿਖੇ ਜਾਂ ਸ਼੍ਰੀਨਗਰ ਵਿਖੇ। ਉੱਤਰ ਹੈਗਾ ਸ਼੍ਰੀਨਗਰ ਵਿਖੇ। ਅੱਗੇ ਚੌਥਾ, ਗੋਬਿੰਦ ਧਾਮ ਸਮੁੰਦਰੀ ਤਲ ਤੋਂ ਕਿੰਨੀ ਉਚਾਈ ਤੇ ਹੈ। 9000 ਫੁੱਟ ਤੇ, 10000 ਤੇ ਜਾਂ 10500 ਫੁੱਟ ਤੇ। ਉੱਤਰ ਹੈਗਾ 10500 ਫੁੱਟ ਤੇ। ਅੱਗੇ ਹੇਮਕੁੰਟ ਸਾਹਿਬ ਗੁਰਦੁਆਰਾ ਵਿਖੇ ਕਿਸ ਗੈਸ ਦੀ ਘਾਟ ਹੈ। ਨਾਈਟ੍ਰੋਜਨ ਗੈਸ, ਕਾਰਬਨ डाइऑक्साइड गैस या ऑक्सीजन गैस। उत्तर है ऑक्सीजन गैस। अगे है छोटे उत्तर वाले प्रश्न। पहला प्रश्न है हेमकुंड दा की अर्थ है। उत्तर, हेम दा अर्थ है बर्फ, कुंड दा अर्थ है सरोवर, इस करके हेमकुंड दा अर्थ है बर्फ दा सरोवर। दूजा, हेमकुंड दे स्थान ते ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਸੀ। ਉੱਤਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਤੀਜਾ, ਹੇਮਕੁੰਟ ਸਾਹਿਬ ਦਾ ਰਸਤਾ ਕਿਹੋ ਜਿਹਾ ਹੈ। ਉੱਤਰ, ਹੇਮਕੁੰਟ ਸਾਹਿਬ ਦਾ ਰਸਤਾ ਬੜਾ ਬਿਰਖਾ, ਉਬੜ ਖਾਬੜ ਅਤੇ ਸਿੱਧੀ ਚੜਾਈ ਵਾਲਾ ਹੈ। ਅੱਗੇ ਸ਼੍ਰੀਨਗਰ ਵਿੱਚ ਕਿਹੜੀ ਯੂਨੀਵਰਸਿਟੀ ਹੈ। ਉੱਤਰ, ਸ਼੍ਰੀਨਗਰ ਵਿੱਚ ਗੜਵਾਲ ਯੂਨੀਵਰਸਿਟੀ ਹੈ। ਪੰਜਵਾਂ, ਗੋਬਿੰਦ ਘਾਟ ਵਿਖੇ ਗੁਰਦੁਆਰਾ ਕਿਹੜੀ ਨਦੀ ਦੇ ਕੰਢੇ ਤੇ ਸਥਿਤ ਹੈ। ਉੱਤਰ, नदी है अलकनंदा नदी दे कंढे। अगे संक्षेप उत्तर वाले प्रश्न। पहला, हेमकुंट साहिब दी यात्रा किस शहर तो शुरू हुंदी है। उत्तर, हेमकुंट साहिब दी यात्रा उत्तर प्रदेश के प्रसिद्ध शहर ऋषिकेश तो शुरू हुंदी है। इत्थे बहुत वड्डा गुरुद्वारा बनया होया है। मैदानी इलाकियां तो आउण वाले यात्री अपना पहला पड़ाव इत्थे करके अगों हेमकुंट साहिब की यात्रा शुरू करते हैं। दूजा, हिंदुओं का प्रसिद्ध तीर्थ स्थान केड़ा है। इसकी स्थापना किसने की थी।
ਉੱਤਰ ਜੋਸ਼ੀ ਮਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਸ ਸਥਾਨ ਦੀ ਸਥਾਪਨਾ ਸ਼੍ਰੀ ਸ਼ੰਕਰਾਚਾਰਿਆ ਨੇ ਕੀਤੀ ਸੀ। ਇਹ ਉਹਨਾਂ ਦੇ ਸਥਾਪਿਤ ਕੀਤੇ 4 ਮੱਠਾਂ ਵਿੱਚੋਂ ਇੱਕ ਹੈ। ਤੀਜਾ, ਹੇਮਕੁੰਟ ਸਾਹਿਬ ਵਿੱਚ ਸਰਦੀਆਂ ਵਿੱਚ ਕਿਉਂ ਨਹੀਂ ਜਾਇਆ ਜਾ ਸਕਦਾ? ਉੱਤਰ ਹੇਮਕੁੰਟ ਸਾਹਿਬ ਸਰਦੀਆਂ ਵਿੱਚ ਬਹੁਤ ਬਰਫ਼ ਪੈਂਦੀ ਹੈ, ਇਸ ਕਰਕੇ ਇੱਥੇ ਸਰਦੀਆਂ ਵਿੱਚ ਨਹੀਂ ਜਾਇਆ ਜਾ ਸਕਦਾ। ਚੌਥਾ, श्रीनगर शहर ਦੀ ਕੀ ਮਹੱਤਤਾ ਹੈ? ਉੱਤਰ श्रीनगर ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ। ਇੱਥੇ ਗੜਵਾਲ ਯੂਨੀਵਰਸਿਟੀ ਦਾ ਕੈਂਪਸ ਹੈ। ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ। ਪੰਜਵਾਂ, ਹੇਮਕੁੰਟ ਸਾਹਿਬ ਗੁਰਦੁਆਰੇ ਦੇ ਚੁਗਿਰਦੇ ਦਾ ਵਰਣਨ ਕਰੋ। ਉੱਤਰ ਹੇਮਕੁੰਟ ਸਾਹਿਬ ਦਾ ਸੁੰਦਰ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਉੱਤੇ ਸਥਿਤ ਸਰੋਵਰ ਦੇ ਨਾਲ ਬਣਿਆ ਹੋਇਆ ਹੈ। ਇਸ ਸਥਾਨ ਦੇ ਆਸੇ-ਪਾਸੇ 7 ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ। ਬਰਫ਼ ਨਾਲ ਢਕਿਆ ਤੇ ਸੂਰਜ ਨਾਲ ਚਮਕਦੀਆਂ ਇਹਨਾਂ ਚੋਟੀਆਂ ਨੂੰ ਸਪਤ ਸਿੰਘ ਕਿਹਾ ਜਾਂਦਾ ਹੈ। ਹੇਮਕੁੰਟ ਸਾਹਿਬ ਦਾ ਸਰੋਵਰ ਲਗਭਗ 2.5 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ। ਅੱਗੇ ਕੁਝ ਹੋਰ ਪ੍ਰਸ਼ਨ ਹੈਗੇ ਨੇ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ, ਜਿਵੇਂ ਸ਼ਰਧਾਲੂ, ਰਿਹਾਇਸ਼, ਪੜਾਅ, ਸਿਲਸਿਲਾ, ਉਤਸ਼ਾਹ, ਤਪੱਸਿਆ, ਤੈ, ਵੇਗ, ਬਹਾ, ਅਨਮੋਲ, ਤਾਂਗ, ਦੀ ਅਦੁੱਤੀ, ਉਬੜ ਖਾਬੜ। ਠੀਕ ਹੈ, ਇਹਨਾਂ ਨੂੰ ਵਰਤਦੇ ਆ। ਜਿਵੇਂ ਪਹਿਲਾ ਹੈਗਾ ਸ਼ਰਧਾਲੂ, ਸ਼ਰਧਾ ਰੱਖਣ ਵਾਲੇ ਸ਼ਰਧਾਲੂ ਸ਼ਿਵ ਮੰਦਿਰ ਵਿੱਚ ਮੱਥੇ ਟੇਕ ਰਹੇ ਹਨ। ਫਿਰ ਉਸ ਤੋਂ ਬਾਅਦ ਹੈਗਾ ਰਿਹਾਇਸ਼, ਰਹਿਣ ਦੀ ਥਾਂ। ਹੇਮਕੁੰਟ ਦੇ ਗੁਰਦੁਆਰਿਆਂ ਵਿੱਚ ਰਾਤ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਨਹੀਂ। ਤੀਜਾ, ਪੜਾਅ ਮਤਲਬ ਯਾਤਰਾ ਕਰਦਿਆਂ ਰਸਤੇ ਵਿੱਚ ਰੁਕਣ ਅਤੇ ਆਰਾਮ ਕਰਨ ਦੀ ਥਾਂ। ਹੇਮਕੁੰਟ ਦੀ ਯਾਤਰਾ ਲਈ ਮੈਦਾਨਾਂ ਵਿੱਚੋਂ ਜਾਣ ਵਾਲੇ ਯਾਤਰੀ ਪਹਿਲਾ ਪੜਾਅ ਰਿਸ਼ੀਕੇਸ਼ ਵਿੱਚ ਕਰਦੇ ਹਨ। ਸਿਲਸਿਲਾ ਦਾ ਮਤਲਬ ਲੜੀ। ਕੁੱਲੂ ਤੋਂ ਰੋਹਤਾਂਗ ਤੱਕ ਦੇ ਰਸਤੇ ਵਿੱਚ ਉੱਚੀਆਂ ਪਹਾੜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਪੰਜਵਾਂ, ਉਤਸ਼ਾਹ ਮਤਲਬ ਜੋਸ਼, ਕੁਝ ਕਰਨ ਦੀ ਇੱਛਾ। ਲੰਬੀ ਬਿਮਾਰੀ ਨੇ ਉਸਦੇ ਮਨ ਵਿੱਚੋਂ ਕੋਈ ਨਵਾਂ ਕੰਮ ਆਰੰਭ ਕਰਨ ਦਾ ਉਤਸ਼ਾਹ ਹੀ ਮਾਰ ਦਿੱਤਾ ਹੈ। ਉਸ ਤੋਂ ਬਾਅਦ ਤਪੱਸਿਆ ਯਾਨੀ ਕਠਿਨ ਭਗਤੀ ਜਾਂ ਸਾਧਨਾ। ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿੱਚ ਹੇਮਕੁੰਟ ਪਰਬਤ ਵਿਖੇ ਕਠਿਨ ਤਪੱਸਿਆ ਕੀਤੀ। ਉਸ ਤੋਂ ਬਾਅਦ ਹੈਗਾ ਤੈ, ਮਿੱਥਿਆ। ਅਸੀਂ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਟਿਕਾਣੇ ਉੱਤੇ ਪਹੁੰਚ ਗਏ। ਅੱਗੇ ਵੇਗ ਜਾਂ ਵਹਾਅ, ਰੋਕੂ। ਪਹਾੜੀ ਨਦੀ ਦੇ ਪਾਣੀ ਦਾ ਵੇਗੂ ਵਹਾਅ ਬਹੁਤ ਤੇਜ਼ ਹੁੰਦਾ ਹੈ। ਨੌਵਾਂ, ਅਨਮੋਲ, ਜਿਸ ਦਾ ਮੁੱਲ ਨਾ ਪਾਇਆ ਜਾ ਸਕੇ। ਮਨੁੱਖਾ ਜਨਮ ਅਨਮੋਲ ਹੈ, ਇਸ ਦੀ ਵਰਤੋਂ ਨੇਕ ਕੰਮਾਂ ਲਈ ਕਰਨੀ ਚਾਹੀਦੀ ਹੈ। ਅੱਗੇ ਤਾਂਗ, ਤੀਬਰਤਾ ਭਰੀ ਇੱਛਾ। ਮੇਰੇ ਮਨ ਵਿੱਚ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਗ ਹੈ, ਦੇਖੋ ਕਦੋਂ ਪੂਰੀ ਹੁੰਦੀ ਹੈ। ਅੱਗੇ ਅਦੁੱਤੀ, ਨਸਾਨੀ। ਗੁਰੂ ਅਰਜਨ ਦੇਵ ਜੀ ਅਦੁੱਤੀ ਕਾਵਿ ਪ੍ਰਤਿਭਾ ਦੇ ਮਾਲਿਕ ਸਨ। ਅੱਗੇ ਉਬੜ ਖਾਬੜ, ਉੱਚਾ ਨੀਵਾਂ। ਇਸ ਪਿੰਡ ਦਾ ਰਾਹ ਪੱਧਰਾ ਨਹੀਂ ਸਗੋਂ ਉਬੜ ਖਾਬੜ ਹੈ। ਅੱਗੇ ਹੈਗਾ ਖਾਲੀ ਥਾਵਾਂ ਭਰੋ। ਇੱਥੇ ਵਰਡਸ ਦਿੱਤੇ ਹੋਏ ਨੇ। ਠੀਕ ਹੈ, ਜਿਵੇਂ ਕਿ ਤੀਰਥ ਸਥਾਨ, ਬਰਫ਼, ਯਾਤਰਾ, ਸਿੱਧ ਤੇ ਆਕਸੀਜਨ। ਪਹਿਲਾ, ਇਹ ਭਾਰਤ ਦਾ ਪ੍ਰਸਿੱਧ ਤੀਰਥ ਸਥਾਨ ਹੈ। ਦੂਜਾ, ਸਰਦੀਆਂ ਵਿੱਚ ਬਰਫ਼ ਜੰਮੀ ਰਹਿੰਦੀ ਹੈ। ਤੀਜਾ, ਹੇਮਕੁੰਟ ਦੀ ਯਾਤਰਾ ਬਹੁਤ ਕਠਿਨ ਹੈ। ਚੌਥਾ, ਜੋਸ਼ੀ ਮਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ, ਇੱਥੇ ਆਕਸੀਜਨ ਦੀ ਘਾਟ ਹੈ। ਤੀਜਾ, ਸਮਾਸੀ ਸ਼ਬਦ ਕੀ ਹੁੰਦੇ ਹਨ? ਉਦਾਹਰਨ ਦੇ ਕੇ ਦੱਸੋ। ਉੱਤਰ 2 ਜਾਂ 2 ਤੋਂ ਵੱਧ ਸੁਤੰਤਰ ਸ਼ਬਦਾਂ ਨੂੰ ਜੋੜ ਕੇ ਬਣਾਏ ਇੱਕ ਸ਼ਬਦ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਲਗਭਗ, ਅੱਜਕੱਲ, ਆਲਾ ਦੁਆਲਾ, ਤੀਰਥ ਸਥਾਨ, ਚਾਰ ਚੁਫੇਰਾ, ਉਬੜ ਖਾਬੜ, ਚਹਿਲ ਪਹਿਲ, ਆਸੇ ਪਾਸੇ, ਦੁੱਖ ਦਰਦ ਆਦਿ। ਅੱਗੇ ਆਪਣੇ ਪੜ੍ਹੇ ਹੋਏ ਪਾਠਾਂ ਵਿੱਚੋਂ 10 ਸਮਾਸੀ ਸ਼ਬਦ ਚੁਣ ਕੇ ਲਿਖੋ। ਮੈਂ ਇੱਥੇ ਲਿਖਿਆ ਜਿਵੇਂ ਭਾਈ ਭਾਈ, ਵੱਖ ਵੱਖ, ਖੁੱਲੇ ਡੁੱਲੇ, ਵਣ ਮਹਾਉਤਸਵ, ਵਾਯੂਮੰਡਲ,
जड़ियां बूटियां, रंग बरंग, अजकल, जनसंख्या, मैदानी जंग, 2-4। अगे हेठ लिखे पंजाबी शब्दां नूं हिंदी ते अंग्रेजी विच लिखो। जिवें मैं लिखिया बर्फ, बर्फ आइस, दृश्य फुजा सीन। इत्थे यात्रा, यात्रा दा मतलब है ट्रैवल करना। फिर उस तो बाद पर्वत, पर्वत माउंटेन, उच्चा उच्चा हाई, पुजना पहुंचना अराइव। हेठ लिखे शब्दां दे विरोधी शब्द लिखो। जिवें सोना दा हो जाएगा कुसोना, सवेर दा शाम, दिन दा रात, ताजा दा बेरा, उच्चा नीवा, चढ़ना उतरना। अगे हेठा देवनागरी लिपि विच लिखे शब्दां नूं गुरमुखी विच लिखो। शब्द हैगे ने जिवें श्रद्धालु, श्रद्धालु, पर्वत, पर्वत, तपस्या, तपस्या, बर्फ, बर्फ, मात्रा, मात्रा, दर्शन ऐदा लिखीदा है, अदृश्य, दृश्य, उच्चा, उरा, बर्फ, बर्फ, मात्रा, मात्रा, दर्शन, दर्शन, दृश्य, दृश्य। इत्थे दृश्य ऐदा करके लिखना है। उच्चा, उरा, यात्रा, यात्रा, स्थित, स्थित, तीरथ, तीरथ, पड़ा, पड़ा, दर्द, दर्द। आगे है ऋषिकेश ऐदा। अगे हेठा लिखे हिंदी दे शब्दां दे समान अर्थ रखण वाले पंजाबी दे शब्द लिखो। जिवें इत्थे मैं लिखिया किनारा, कंडा, अद्भुत, अद्वितीय, समान, वांग, फिसल, तिलकण, पहुंचना, पुजा। आगे हैगे इर्द गिर्द मतलब चार चुफेरा, तमन्ना, लोचा, इच्छा ओनू कहंदे आ आपां तांग पंजाबी दे विच। ठीक है, तो ये सी कि अज की क्लास में उम्मीद करदी हां ये पाठ ते पाठ अभ्यास तुहानूं चंगी तरह समझ आ गया होएगा। वीडियो वधिया लगी तो चैनल नूं लाइक शेयर सबसक्राइब करना ना भुल्लिओ। फिर मिलांगे, टिल देन टेक केयर, बाय बाय।